ਪੰਜਾਬ ਸਰਕਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਕੋਵਾ ਐਪ ਨੂੰ ਡਾਊਨਲੋਡ ਕੀਤਾ ਜਾਵੇ ਤਾਂ ਜੋ ਸਹੀ ਜਾਣਕਾਰੀ ਉੱਥੋਂ ਤੁਹਾਨੂੰ ਮੁਹੱਈਆ ਕਰਵਾਈ ਜਾਵੇ। ਪਿੰਡਾਂ ਦੇ ਵਿੱਚ ਇਸ ਨੂੰ ਲੈ ਕੇ ਸੈਮੀਨਾਰ ਵੀ ਹੋ ਰਹੇ ਨੇ। ਇੱਕ ਸੈਮੀਨਾਰ ਕਪੂਰਥਲੇ ਦੇ ਏਰੀਏ ਖੁਸਰੋਪੁਰ ਦੇ ਵਿੱਚ ਹੋਇਆ ਸੀ 10 ਜੂਨ ਨੂੰ। ਉਸ ਦੇ ਵਿੱਚ ਕਿਹਾ ਗਿਆ ਕਿ ਐਪ ਨੂੰ ਡਾਊਨਲੋਡ ਕੀਤਾ ਜਾਵੇ। ਬਹੁਤ ਸਾਰੇ ਲੋਕਾਂ ਨੇ ਐਪ ਡਾਊਨਲੋਡ ਵੀ ਕੀਤੀ, ਪਰ ਜਦੋਂ ਐਪ ਦੇ ਵਿੱਚ ਕਈ ਲੋਕਾਂ ਨੂੰ ਕੁਝ ਨਹੀਂ ਲੱਭਿਆ ਜਾਂ ਨਹੀਂ ਸਮਝ ਲੱਗੀ ਤਾਂ ਉਸ ਤੋਂ ਬਾਅਦ ਉਹਨੂੰ ਡਿਲੀਟ ਕਰ ਦਿੱਤਾ ਗਿਆ। ਪਰ ਇਸ ਐਪ ਨੂੰ ਡਿਲੀਟ ਕਰਨ ਦਾ ਖਮਿਆਜ਼ਾ ਪਰਚਾ ਦਰਜ ਕਰਕੇ ਭੁਗਤਣਾ ਪਿਆ। 188 ਅਤੇ 269 ਦੀ ਧਾਰਾ ਦਰਜ ਕਰ ਦਿੱਤੀ ਗਈ ਜਿਸ ਵਿਅਕਤੀ ਨੇ ਇਸ ਐਪ ਨੂੰ ਡਿਲੀਟ ਕੀਤਾ। ਡਾਕਟਰ ਸੁਰਜੀਤ ਸਿੰਘ ਸਾਡੇ ਨਾਲ ਹੈਗੇ ਆ। ਇਹਨਾਂ ਨੇ 10 ਤਰੀਕ ਨੂੰ ਉਹ ਸੈਮੀਨਾਰ ਅਟੈਂਡ ਕੀਤਾ ਸੀ। 11 ਤਰੀਕ ਨੂੰ ਐਪ ਇਹਨਾਂ ਨੇ ਡਿਲੀਟ ਕਰ ਦਿੱਤੀ ਅਤੇ 13 ਤਰੀਕ ਨੂੰ ਇਹਨਾਂ ਨੂੰ ਫੋਨ ਆਉਂਦਾ ਕਿ ਤੁਹਾਡੇ ਖਿਲਾਫ 188 ਦਾ ਪਰਚਾ ਦਰਜ ਕਰ ਦਿੱਤਾ ਗਿਆ। ਕਿਉਂ ਉਹਨਾਂ ਨੇ ਐਪ ਡਿਲੀਟ ਕੀਤੀ ਅਤੇ ਪਰਚਾ ਕਿਉਂ ਦਰਜ ਹੋ ਗਿਆ, ਸਾਰੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਕਿ ਸੈਮੀਨਾਰ ਕਿੱਥੇ ਹੋਇਆ ਸੀ ਤੇ ਉਹਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ ਸੀ? ਤੇ ਸਾਡੇ ਇਲਾਕੇ ਦਾ ਸਿਵਲ ਹਸਪੀਟਲ ਕਾਲਾ ਸਿੰਘਿਆ, ਡਾਕਟਰ ਮਨਜੀਤ ਸਿੰਘ ਸੋਢੀ ਉੱਥੋਂ ਦੇ ਐਸਐਮਓ ਆ, ਬੜੇ ਚੰਗੇ ਇਨਸਾਨ ਨੇ। ਉਹਨਾਂ ਦੀ ਇਹ ਰਹਿਨਮਾਈ ਦੇ ਹੇਠ ਹੋਇਆ ਸੀ 10 ਤਰੀਕ ਦੇ ਲਾਗੇ ਛਾਗੇ। ਅਖਬਾਰਾਂ ਦੇ ਵਿੱਚ ਮੈਂ ਉਹਦੇ ਬਾਰੇ ਪੜ੍ਹਿਆ ਵੀ ਕੋਵਾ ਐਪ ਜਿਹੜਾ ਆ ਉਹ ਸਾਰਿਆਂ ਨੂੰ ਡਾਊਨਲੋਡ ਕਰਨਾ ਚਾਹੀਦਾ, ਵੀ ਇਹ ਤੋਂ ਵਧੀਆ ਜਾਣਕਾਰੀ ਜਿਹੜੀ ਆ ਕੋਵਿਡ-19 ਬਾਰੇ ਉਹ ਮਿਲਦੀ ਹੈ ਜੀ। ਹਾਂਜੀ, ਤੇ ਉਹਨਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਤੇ ਐਪ ਜਿਹੜਾ ਉਹ ਡਾਊਨਲੋਡ ਕਰ ਲਿਆ। ਕੋਈ ਬਾਹਲਾ ਮੈਨੂੰ ਵਧੀਆ ਨਹੀਂ ਲੱਗਾ। ਕੈਪਟਨ ਦੀ ਮਸ਼ਹੂਰੀ ਸੀ ਜਾਂ ਸੀਐਮ ਫੰਡ ਸੀ ਵਗੈਰਾ, ਤੇ ਬਾਕੀ ਦੀ ਖਬਰਾਂ ਜੋ ਆਪਾਂ ਆਮ ਨਿਊਜ਼ ਚੈਨਲਾਂ ਤੇ ਦੇਖਦੇ ਹਾਂ ਉਹੀ ਸੀ, ਤੇ ਮੈਂ ਉਹ ਡਿਲੀਟ ਕਰ ਦਿੱਤਾ ਜੀ। ਅੱਛਾ ਜੀ। ਤੇ 12 ਤਰੀਕ ਤੋਂ ਬਾਅਦ 13 ਤਰੀਕ ਨੂੰ ਸਦਰ ਪੁਲਿਸ ਦਾ ਮੈਨੂੰ ਫੋਨ ਆਉਂਦਾ ਆ ਕਿ ਤੁਸੀਂ ਇਕਾਂਤਵਾਸ ਦੀ ਉਲੰਘਣਾ ਕੀਤੀ ਆ ਤੇ ਤੁਹਾਡੇ ਤੇ ਜਿਹੜਾ ਉਹ ਪਰਚਾ ਦਰਜ ਹੋਊਗਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਪਹਿਲਾਂ ਜਿਹੜੀ ਇਨਕੁਆਇਰੀ ਕਰ ਲਓ, ਜੇ ਸਿਹਤ ਵਿਭਾਗ ਨੇ ਮੈਨੂੰ ਕੀਤਾ ਹੋਏਗਾ ਇਕਾਂਤਵਾਸ ਤਾਂ ਮੈਂ ਉਲੰਘਣਾ ਕੀਤੀ ਹੋਏਗੀ ਤਾਂ ਮੈਂ ਜਿਹੜਾ ਉਹ ਜੁਰਮਾਨਾ ਭਰਨ ਨੂੰ ਤਿਆਰ ਆ, ਤੇ ਪਰ ਇਹ ਜਿਹੜਾ ਨਜਾਇਜ਼ ਆ ਤੁਸੀਂ। ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਤੇ ਉਸੇ ਟਾਈਮ ਮੈਂ ਜਿਹੜਾ ਐਸਐਮਓ ਕਾਲਾ ਸਿੰਘਿਆ ਕੋਲ ਗਿਆ, ਉਹਨਾਂ ਨੇ ਮੈਨੂੰ ਫਿਟਨੈਸ ਦਾ ਸਰਟੀਫਿਕੇਟ ਦਿੱਤਾ ਆ, ਤੇ ਉਹਨਾਂ ਨੇ ਕਿਹਾ ਵੀ ਸਾਡੇ ਰਿਕਾਰਡ ਦੇ ਮੁਤਾਬਕ ਕੋਈ ਵੀ ਜਿਹੜਾ ਤੁਹਾਨੂੰ ਇਕਾਂਤਵਾਸ ਦੇ ਵਿੱਚ ਨਹੀਂ ਰੱਖਿਆ ਗਿਆ, ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਊਗੀ। ਤੇ ਮੈਂ ਨਿਸ਼ਚਿੰਤ ਹੋ ਕੇ ਘਰ ਆ ਗਿਆ ਆ। 15 ਤਰੀਕ ਨੂੰ ਅਖਬਾਰਾਂ ਦੇ ਵਿੱਚ ਇਹ ਪਤਾ ਲੱਗਦਾ ਕਿ ਮੇਰੇ ਤੇ ਜਿਹੜਾ ਉਹ ਪਰਚਾ ਦਰਜ ਕਰ ਲਿਆ ਮਹਿਕਮੇ ਵੱਲੋਂ। ਤੇ ਇਹ ਇਕਾਂਤਵਾਸ ਦੀ ਗੱਲ ਕਿੱਥੋਂ ਆ ਗਈ? ਐਪ ਡਾਊਨਲੋਡ ਕੀਤੀ ਤਾਂ ਡਿਲੀਟ ਕਰਤੀ, ਕੋਈ ਗੱਲ ਨਹੀਂ, ਪਰਸਨਲ ਉਹ ਸਾਡੇ ਰੀਜ਼ਨ ਆ, ਅਸੀਂ ਜੋ ਮਰਜ਼ੀ ਕਰ ਸਕਦੇ ਆਪਣੇ ਫੋਨ ਦੇ ਵਿੱਚ। ਤਾਂ ਫਿਰ ਇਕਾਂਤਵਾਸ ਦੀ ਗੱਲ ਕਿੱਥੋਂ ਆ ਗਈ? ਉਹਨਾਂ ਦਾ ਕਹਿਣਾ ਸੀਗਾ ਕਿ ਇਹ ਤੁਸੀਂ ਹਨਾ ਜਿਹੜਾ ਐਪ ਡਾਊਨਲੋਡ ਕੀਤਾ ਉਹਦੇ ਵਿੱਚ ਸੈਲਫ ਹੋਮ ਕੁਆਰੰਟਾਈਨ ਜਿਹੜਾ ਆ ਉਹਨੂੰ ਸਿਲੈਕਟ ਕੀਤਾ ਆ। ਪਰ ਜੇ ਮੈਂ ਕੀਤਾ ਵੀ ਆ ਤਾਂ ਮੈਂ ਆਪਦੇ ਫੋਨ 'ਚ ਆਪਣੇ ਆਪ ਨੂੰ ਇਕਾਂਤਵਾਸ, ਤੇ ਵੈਸੇ ਅਸੀਂ ਇਕਾਂਤਵਾਸ 'ਚ ਹੀ ਇੱਕ ਕਿਸਮ ਦੇ ਵੀ ਅਸੀਂ ਕਿਸੇ ਸ਼ਹਿਰ ਨਹੀਂ ਜਾਂਦੇ, ਇੱਥੇ ਲਾਗੇ ਛਾਗੇ ਜਿਹੜੇ ਕੋਈ ਨਿੱਕੇ ਮੋਟੇ ਕੰਮ ਹੁੰਦੇ ਉਹ ਕਰਦੇ ਆ। ਵੀ ਸਿਹਤ ਵਿਭਾਗ ਵੱਲੋਂ ਤਾਂ ਮੈਨੂੰ ਇਕਾਂਤਵਾਸ ਨਹੀਂ ਹਨਾ ਕੀਤਾ ਗਿਆ, ਵੀ ਮੈਂ ਆਪਣੇ ਤੌਰ ਤੇ ਕਰ ਲਿਆ ਤੇ ਇਹਦੇ ਤੇ ਪਰਚਾ ਨਹੀਂ ਹੋ ਸਕਦਾ ਕਿਉਂਕਿ ਮੈਂ ਆਪਣੇ ਆਪ ਨੂੰ ਕੀਤਾ ਆ, ਸਿਹਤ ਵਿਭਾਗ ਨੇ ਨਹੀਂ ਕੀਤਾ। ਜੇ ਸਿਹਤ ਵਿਭਾਗ ਨੇ ਮੈਨੂੰ ਚੈੱਕਅਪ ਕਰਕੇ ਕੀਤਾ ਹੁੰਦਾ ਤਾਂ ਫਿਰ ਪਰਚਾ ਬਣਦਾ ਸੀ, ਮੈਂ ਉਹਦੀ ਉਲੰਘਣਾ ਕੀਤੀ ਆ। ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਤੇ ਗਏ ਹੋਵੋ ਜਾਂ ਕਿਤੋਂ ਆਏ ਹੋ, ਕਿਤੇ ਗਏ ਤਾਂ ਨਹੀਂ ਬਾਹਰ? ਨਹੀਂ, ਬਿਲਕੁਲ ਜੀ, ਮੈਂ ਇਸ ਸਾਲ ਦੇ ਵਿੱਚ ਬਿਲਕੁਲ ਕਿਤੇ ਨਹੀਂ ਗਿਆ, ਇੱਥੇ ਹੀ ਆ ਬਿਲਕੁਲ। ਹਾਂਜੀ। ਤੇ ਇਹ ਜਦੋਂ ਡਾਊਨਲੋਡ ਕਰਵਾਈ ਗਈ ਸੀ ਐਪ, ਉਦੋਂ ਕੀ ਕਿਹਾ ਗਿਆ ਸੀ ਕਿ ਮਤਲਬ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਹੋਣਗੀਆਂ, ਤੇ ਤੁਸੀਂ ਉਹਦੇ ਵਿੱਚ ਕੀ ਮਹਿਸੂਸ ਕੀਤਾ ਕਿ ਕੀ ਆ ਰਿਹਾ? ਉਹਦੇ ਵਿੱਚ ਜੋ ਐਸਐਮਓ ਸਾਹਿਬ ਵੱਲੋਂ ਕਿਹਾ ਗਿਆ ਸੀ, ਜੋ ਅਖਬਾਰਾਂ ਦੇ ਵਿੱਚ ਪੜ੍ਹਿਆ ਵੀ ਸਭ ਤੋਂ ਵਧੀਆ ਜਾਣਕਾਰੀ ਜਿਹੜੀ ਆ, ਸਹੀ ਜਾਣਕਾਰੀ ਆ, ਉਹ ਤੁਹਾਨੂੰ ਕੋਵਾ ਐਪ ਤੋਂ ਹੀ ਮਿਲ ਸਕਦੀ ਆ, ਵੀ ਹੋਰ ਕਿਤੇ ਨਹੀਂ। ਇਸ ਕਰਕੇ ਮੈਂ ਉਹਨੂੰ ਕਰ ਲਿਆ ਸੀਗਾ। ਪਰ ਉਹਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਉੱਪਰ ਕੈਪਟਨ ਦੀ ਚੱਲ ਰਹੀ ਆ ਤੇ ਸੀਐਮ ਫੰਡ ਆ ਬਕਾਇਦਾ, ਇਹੋ ਜਿਹਾ ਆ ਕੁਝ ਬਾਹਲਾ ਮੈਨੂੰ ਨਹੀਂ ਵਧੀਆ ਲੱਗਾ, ਤਾਂ ਮੈਂ ਇਸ ਕਰਕੇ ਉਹ ਡਿਲੀਟ ਕਰ ਦਿੱਤਾ। ਤੇ ਇਹ 188 269 ਫਿਰ ਡਿਲੀਟ ਕਰਨ ਦਾ ਹੀ ਮੈਨੂੰ ਲੱਗਦਾ ਕਿ ਤੁਹਾਨੂੰ ਫਲ ਮਿਲ ਗਿਆ। ਹਾਂਜੀ, ਵੈਸੇ ਸਿਹਤ ਵਿਭਾਗ ਜਦੋਂ ਅਸੀਂ ਕਪੂਰਥਲਾ ਗਏ ਆ ਸਿਵਲ ਸਰਜਨ ਦੇ ਕੋਲ, ਉਹਨਾਂ ਨੂੰ ਕਿਹਾ ਆ, ਕੋਈ ਵੀ ਅਧਿਕਾਰੀ ਜਿਹੜਾ ਆ ਉਹ ਇਸ ਕਹਿ ਰਿਹਾ ਸੀਗਾ ਵੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਇਹ ਪਰਚਾ ਕਿੱਥੋਂ ਦਰਜ ਹੋਇਆ, ਕਿੱਦਾਂ ਦਰਜ ਹੋਇਆ, ਜਦ ਕਿ ਐਫਆਈਆਰ ਦੇ ਵਿੱਚ ਬਕਾਇਦਾ ਲਿਖਿਆ ਸੀਗਾ ਵੀ ਸਿਵਲ ਸਰਜਨ ਕਪੂਰਥਲਾ ਵੱਲੋਂ ਉਹਨਾਂ ਦੇ ਨਿਰਦੇਸ਼ਾਂ ਤੇ ਇਹ ਜਿਹੜਾ ਪਰਚਾ ਕੀਤਾ ਗਿਆ ਹੈ। ਤੇ ਮੀਡੀਆ ਦੇ ਦਬਾਅ ਪਾਉਣ ਦਾ ਕਰਕੇ ਫਿਰ ਉਹਨਾਂ ਨੇ ਕੁਝ ਡੀਸੀ ਦਫ਼ਤਰ ਦੇ ਵਿੱਚ ਜਿਹੜਾ ਸਾਨੂੰ ਡਾਕਟਰ ਸ਼ਿਖਾ ਭਗਤ ਜੀ ਆ, ਉਹਨਾਂ ਨੇ ਸਾਡੀ ਗੱਲ ਜਿਹੜੀ ਉਹ ਧਿਆਨ ਨਾਲ ਸੁਣੀ। ਉਹਨਾਂ ਨੂੰ ਪਤਾ ਲੱਗਾ ਕਿ ਇਹ ਜਿਹੜਾ ਕੋਵਾ ਐਪ ਆ ਉਹਦੇ ਵਿੱਚ ਕੋਈ ਇਹਨਾਂ ਕੋਲੋਂ ਜਾਂ ਮਿਸਟੇਕ ਹੋਈ ਆ, ਜਾਂ ਉਹਨਾਂ ਨੇ ਫਿਰ ਉੱਪਰ ਫੋਨ ਕਰਕੇ ਇਹਦੇ ਬਾਰੇ ਪੁੱਛਿਆ। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਆਪ ਇੰਸਟਾਲ ਕੀਤੇ ਆ ਜਾਂ ਡਾਊਨਲੋਡ ਕੀਤੇ ਆ, ਉਹ ਕੋਈ ਵੀ ਇਨਫੋਰਮੇਸ਼ਨ ਵਿੱਚ ਭਰ ਦਿੰਦੇ ਆ ਤਾਂ ਉਹਨਾਂ ਦੀ ਕਾਰਵਾਈ ਨਹੀਂ ਬਣਦੀ,
ਉਹਨਾਂ ਦੀ ਤੁਸੀਂ ਇਨਵੈਸਟੀਗੇਸ਼ਨ ਜਾ ਕੇ ਕਰ ਸਕਦੇ ਆ ਪਿੰਡ ਦੇ ਤੁਹਾਨੂੰ ਵਿੱਚ। ਸਿਵਲ ਸਰਜਨ ਨੇ ਬਾਅਦ ਵਿੱਚ ਕਿਹਾ ਕਿ ਅਸੀਂ ਇਹਨਾਂ ਨੂੰ ਹੋਮ ਕੁਆਰੰਟਾਈਨ ਨਹੀਂ ਕੀਤਾ, ਤੁਹਾਡੇ ਕੋਲ ਪ੍ਰੂਫ ਵੀ ਹੈਗੇ ਨੇ। ਹਾਂਜੀ, ਉਹਦੇ ਤਾਂ ਇਹ ਪ੍ਰੂਫ ਮੈਂ ਚਾਹੁੰਦਾ ਕਿ ਇੱਕ ਵਾਰੀ ਕੈਮਰੇ ਨੂੰ ਜ਼ਰੂਰ ਦਿਖਾਏ ਜਾਣ ਕਿ ਇਹ ਪ੍ਰੂਫ ਉਹ ਨੇ। ਬਾਅਦ ਵਿੱਚ ਜਦੋਂ ਸੈਲਫ ਕੁਆਰੰਟਾਈਨ ਬਾਰੇ ਜਦੋਂ ਕਿਹਾ ਗਿਆ ਕਿ ਕੀ ਮੈਨੂੰ ਇਹਨਾਂ ਨੇ ਪੁੱਛਿਆ ਡਾਕਟਰ ਸਾਹਿਬ ਨੂੰ, ਜਿੱਥੇ ਇਹ ਸਿਵਲ ਸਰਜਨ ਨੂੰ, ਕਿ ਇਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਜਾਂ ਨਹੀਂ, ਪਰ ਇਹ ਬਾਅਦ ਚ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਗਿਆ ਕਿ ਨਹੀਂ, ਇਹਨਾਂ ਦੇ ਉੱਪਰ ਕੋਈ ਵੀ ਕਾਰਵਾਈ ਜਾਂ ਅਸੀਂ ਹੋਮ ਕੁਆਰੰਟਾਈਨ ਇਹਨਾਂ ਨੂੰ ਨਹੀਂ ਕੀਤਾ। ਜਦੋਂ ਇਹ ਤੁਸੀਂ ਪੇਪਰ ਲਿਆ ਉਹਨਾਂ ਨੂੰ ਕੀ ਗੱਲਬਾਤ ਹੋਈ ਸੀ ਤੁਹਾਡੀ? ਕੁਝ ਨਹੀਂ, ਅਸੀਂ ਸਵੇਰ ਤੋਂ ਉੱਥੇ ਬੈਠੇ ਸੀਗੇ, ਜਾ ਕੇ ਕੋਈ ਵੀ ਅਧਿਕਾਰੀ ਜਿਹੜਾ ਆ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਸਿਰਫ ਇੱਕ ਦੋ ਅਧਿਕਾਰੀ ਜਿਹੜੀ ਉਹ ਸਾਡੀ ਮਦਦ ਕਰ ਰਹੇ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਇਹ ਪਰਚਾ ਜਿਹੜਾ ਬਿਲਕੁਲ ਝੂਠਾ ਆ, ਨਿਹੱਥਾ ਆ। ਬਹੁਤੇ ਅਧਿਕਾਰੀ ਕਹਿੰਦੇ ਸੀ, ਇਹ ਵੀ ਕਹਿਣ ਚ ਆਇਆ ਵੀ ਤੁਸੀਂ ਇਹ ਐਪ ਕਾਹਤੋਂ ਡਾਊਨਲੋਡ ਕੀਤਾ, ਤੁਹਾਨੂੰ ਕਿਹਨੇ ਕਿਹਾ ਸੀ ਡਾਊਨਲੋਡ ਕਰਨ ਨੂੰ, ਜਦ ਕਿ ਗੱਲਾਂ ਹੋਈਆਂ ਕਿ ਐਪ ਹੀ ਕਿਉਂ ਡਾਊਨਲੋਡ ਐਪ ਕੀਤਾ? ਡਾਊਨਲੋਡ ਕਿਉਂ ਕੀਤਾ, ਜਦ ਕਿ ਸਿਵਲ ਸਰਜਨ ਦੇ ਦਫ਼ਤਰ ਦੇ ਮੂਹਰੇ ਲਿਖ ਕੇ ਲਾਇਆ ਹੋਇਆ ਵੀ ਇਸ ਦਫ਼ਤਰ ਦੇ ਵਿੱਚ ਉਹੀ ਆ ਸਕਦਾ ਆ ਜਿਹਦੇ ਫੋਨ ਦੇ ਵਿੱਚ ਕੋਵਾ ਐਪ ਡਾਊਨਲੋਡ ਹੋਏਗਾ। ਕਪੂਰਥਲਾ ਹਸਪੀਟਲ ਦੇ ਇਹ ਮੂਹਰੇ ਤਾਂ ਸਾਰੇ ਪਾਸੇ ਲਿਖਿਆ ਹੋਇਆ ਹੈ ਕਿ ਜੇ ਤੁਸੀਂ ਮਾਲ 'ਚ ਜਾਣਾ, ਜੇ ਕਿਤੇ ਤੁਸੀਂ ਸ਼ਾਪਿੰਗ ਕਰਨੀ ਹੈ ਤਾਂ ਉਹ ਕੋਵਾ ਐਪ ਤੁਹਾਡੇ ਕੋਲ ਹੋਣੀ ਲਾਜ਼ਮੀ ਆ। ਹਾਂਜੀ, ਪਰ ਇਹ ਕਹਿਣਾ ਵੀ ਤੁਸੀਂ ਕਿਉਂ ਡਾਊਨਲੋਡ ਕੀਤੀ, ਉਹ ਵੀ ਧੱਕੇ ਨਾਲ ਮਨਾਉਣਾ ਵੀ ਤੂੰ ਗਲਤੀ ਕੀਤੀ ਆ। ਇਹ ਗੱਲ ਬਹੁਤਿਆਂ ਨੇ ਇਹ ਕਿਹਾ ਵੀ 200 ਰੁਪਈਆ ਜੁਰਮਾਨਾ ਭਰ ਕੇ, ਧੱਕੇ ਦੀ ਸੀਗੀ, ਜੁਰਮਾਨੇ ਦੀ ਗੱਲ ਨਹੀਂ ਕੋਈ ਸੀ। ਨਿੱਜੀ ਰੰਜਿਸ਼ ਤਾਂ ਨਹੀਂ ਲੱਗਦੀ ਤੁਹਾਨੂੰ ਕਿ ਨਿੱਜੀ ਕੋਈ ਨਿੱਜੀ ਰੰਜਿਸ਼ ਸਾਡੀ ਕਿਸੇ ਦੇ ਨਾਲ ਨਹੀਂ। ਅਸੀਂ ਸਮਾਜ ਸੇਵਕ ਸੋਸ਼ਲ ਵਰਕਰ ਆ, ਪਿਛਲੇ 8 ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਆ, ਤੇ ਕਿਸੇ ਦੇ ਨਾਲ ਕੋਈ ਸਾਡਾ ਜਿਹੜਾ ਆ ਉਹ ਮਤਭੇਦ ਨਹੀਂ ਹੈਗਾ। ਤੇ ਕੋਈ ਫਿਰ ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲਬਾਤ ਚੱਲ ਰਹੀ ਹੁਣ ਕਿ ਪਰਚਾ ਉਹ ਜਿਹੜਾ ਕੈਨਸਲ ਕਰਨਗੇ? ਉਹ ਇਹ ਡਾਕਟਰ ਸਿਖਾ ਭਗਤ ਆ ਜਿਹੜੇ ਡੀਸੀ ਦਫ਼ਤਰ ਬਹਿੰਦੇ ਆ, ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਪੂਰਾ ਇਨਸਾਫ ਦਵਾਂਗੇ, ਅਸੀਂ 1-2 ਦਿਨ ਦੇ ਵਿੱਚ ਜਿਹੜਾ ਇਹ ਪਰਚਾ ਅਸੀਂ ਖਾਰਜ ਜਿਹੜਾ ਕਰਵਾ ਦਾਂਗੇ। ਹੁਣ 1-2 ਦਿਨ ਬਾਅਦ ਦੇਖਦੇ ਆ ਕੀ ਕਾਰਵਾਈ ਹੁੰਦੀ ਹੈ ਇੱਥੇ। ਇਹ ਤਾਂ ਨਲਾਇਕੀ ਹੋ ਗਈ ਨਾ ਕਿ ਜੇ ਇੱਕ ਪਾਸੋਂ ਸਰਕਾਰ, ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਕੋਵਾ ਐਪ ਕਰੋ, ਦੂਸਰੇ ਪਾਸੇ ਥਲੜੇ ਲੈਵਲ ਦੇ ਅਧਿਕਾਰੀ ਜਿਹੜੇ ਆ ਉਹ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ। ਬਿਲਕੁਲ ਜੀ, ਬਹੁਤ ਜ਼ਿਆਦਾ। ਮੈਂ 3 ਦਿਨ ਬੜੀ ਟੈਨਸ਼ਨ ਦੇ ਵਿੱਚ ਰਿਹਾ। ਬੜੇ ਦੋਸਤ ਮਿੱਤਰ ਸੀਗੇ ਮੀਡੀਆ ਦੇ ਵਿੱਚ, ਉਹਨਾਂ ਨੇ ਬੜਾ ਹੌਸਲਾ ਦਿੱਤਾ, ਪਰ ਫਿਰ ਵੀ ਜਦੋਂ ਆਪਾਂ ਜੇ ਇਸ ਕੰਮ ਦੇ ਵਿੱਚ ਪੈ ਨਾ ਹੋਈਏ ਹਨਾ, ਜਦੋਂ ਧੱਕਾ ਹੁੰਦਾ ਹੋਵੇ ਵੀ ਧੱਕੇ ਦੇ ਨਾਲ ਹੀ ਪਰਚਾ ਦਰਜ ਕਰ ਦਿੱਤਾ, ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਵੀ ਤੁਸੀਂ ਪਹਿਲਾਂ ਇਨਵੈਸਟੀਗੇਸ਼ਨ ਕਰ ਲਓ, ਜੇ ਮੇਰੇ ਤੇ ਬਣਦੀ ਹੋਊ ਤਾਂ ਕਾਰਵਾਈ ਕਰ ਲਿਓ ਤੁਸੀਂ, ਫਿਰ ਮੈਨੂੰ ਕੋਈ ਨਹੀਂ ਮਹਿਸੂਸ ਹੁੰਦਾ। ਪਰ ਉਹਨਾਂ ਨੇ ਉੱਥੇ ਬੈਠਿਆਂ ਦੇ ਪਰਚਾ ਦਰਜ ਕਰਤਾ। 2 ਦਿਨ ਉਹਨਾਂ ਨੇ ਵੇਟ ਕੀਤੀ ਹੈ, ਸਾਡੀ ਕੀਤੀ ਹੈ, ਜਾਂ ਉਹਨਾਂ ਨੇ ਕੁਝ 13 ਤਰੀਕ ਨੂੰ ਉਹਨਾਂ ਦਾ ਫੋਨ ਆਇਆ ਸੀ, 15 ਤਰੀਕ ਨੂੰ ਉਹਨਾਂ ਨੇ ਸ਼ਾਇਦ ਇਹ ਜਿਹੜਾ ਪਰਚਾ ਦਰਜ ਕੀਤਾ। ਪਰ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਜਿਹੜੀ ਐਪ ਆ ਉਹ ਡਿਲੀਟ ਕਰਤੀ? ਉਹਨਾਂ ਤੱਕ ਕਿਵੇਂ ਇਹ ਚੀਜ਼ਾਂ ਪਹੁੰਚੀਆਂ? ਇਹਦਾ ਤੇ ਕਾਰਨ ਉਹੀ ਹੀ ਦੱਸ ਸਕਦੇ ਆ ਵੀ ਉਹਨਾਂ ਨੂੰ ਕਿੱਦਾਂ ਇਹਦੇ ਬਾਰੇ ਪਤਾ ਲੱਗਾ। ਤੇ ਮੈਨੂੰ ਇੰਨਾ ਪਤਾ ਵੀ ਮੈਂ ਉਹ 1-2 ਦਿਨ ਚਲਾ ਕੇ ਮੈਨੂੰ ਚੰਗੀ ਨਹੀਂ ਲੱਗੀ ਤੇ ਮੈਂ ਡਿਲੀਟ ਕਰਤੀ। ਉਹ ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਸੈਲਫ ਕੁਆਰੰਟਾਈਨ ਦਾ ਜਿਹੜਾ ਬਟਨ ਨੱਪਿਆ ਹੋਊਗਾ ਉਹਨਾਂ ਕੋਲ ਸਾਰੀ ਜਾਣਕਾਰੀ ਚਲੇਗੀ ਹੋਊਗੀ, ਤਾਂ ਜਦੋਂ ਉਹ ਡਿਲੀਟ ਕੀਤੀ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਸਾਰਾ ਉਹਨਾਂ ਨੇ ਸੰਪਰਕ ਕੀਤਾ ਤੁਹਾਡੇ ਨਾਲ? ਹਾਂਜੀ। ਪਰ ਜਦੋਂ ਉਹ ਉਹਨਾਂ ਦੇ ਕੋਲ ਸਿਹਤ ਵਿਭਾਗ ਦੇ ਕੋਲ ਉਹ ਗਈ ਆ ਜਾਣਕਾਰੀ, ਉਹਨਾਂ ਨੂੰ ਮੇਰੇ ਨਾਲ ਸੰਪਰਕ ਕਰਨਾ ਚਾਹੀਦਾ ਸੀ ਵੀ ਤੁਹਾਨੂੰ ਕਿਸੇ ਨੇ ਆ ਕੇ, ਸਿਹਤ ਅਧਿਕਾਰੀ ਨੇ ਤੁਹਾਨੂੰ ਇਕਾਂਤਵਾਸ ਰੱਖਿਆ ਆ ਜਾਂ ਨਹੀਂ ਰੱਖਿਆ। ਉਹਨਾਂ ਨੇ ਸਿੱਧਾ ਹੀ ਡੀਸੀ ਦਫ਼ਤਰ ਨੂੰ ਮਾਰਕ ਕਰ ਦੇਣਾ ਤੇ ਡੀਸੀ ਦਫ਼ਤਰ ਵੱਲੋਂ ਸਿੱਧਾ ਹੀ ਪੁਲਿਸ ਨੂੰ ਕਹਿ ਦੇਣਾ ਕਿ ਇਹਨਾਂ ਦੇ ਪਰਚਾ ਦਰਜ ਕਰੋ। ਇਹ ਵੀ ਧੱਕਾ ਆ ਇੱਕ ਬਹੁਤ ਵੱਡਾ। ਮਤਲਬ ਆਮ ਵਿਅਕਤੀ ਦੀ ਸੁਣ ਨਹੀਂ ਰਹੇ, ਇੱਥੇ ਸਿੱਧੀ ਮਨਮਰਜ਼ੀ ਕੀਤੀ ਜਾ ਰਹੀ ਹੈ, ਕਿਤੇ ਨਾ ਅਣਗਹਿਲੀਆਂ ਵੀ ਹੈਗੀਆਂ ਨੇ ਸਿਸਟਮ 'ਚ। ਬਿਲਕੁਲ ਜੀ, ਜੇ ਉਦੋਂ ਸਾਡੇ ਨਾਲ ਮੀਡੀਆ ਨਾ ਹੁੰਦਾ ਤਾਂ ਬਿਲਕੁਲ ਪਰਚਾ ਜਿਹੜਾ ਦਰਜ ਕੀਤਾ ਸੀਗਾ ਇਹ ਕੈਂਸਲ ਨਹੀਂ ਹੋਣਾ ਸੀ, ਨਾ ਉੱਥੇ ਸਾਡੀ ਕਿਸੇ ਨੇ ਆਮ ਬੰਦੇ ਦੀ ਗੱਲ ਸੁਣਨੀ ਸੀ। ਇਹ ਮੀਡੀਆ ਦੇ ਜ਼ੋਰ ਪਾਉਣ ਦੇ ਉੱਤੇ ਵੀ ਉਹਨਾਂ ਨੂੰ ਪਤਾ ਕਿ ਇਹ ਇੱਕ ਸਮਾਜ ਸੇਵਕ ਲੋਕ ਆ ਤੇ ਇਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਤਾਂ ਹੀ ਇਹ ਜਿਹੜਾ ਆ ਉਹਨਾਂ ਦਾ ਦਬਾਅ ਬਣਿਆ। ਤਾਂ ਹੁਣ ਇਸ ਵੇਲੇ ਕੀ ਸਿਚੁਏਸ਼ਨ ਆ? ਪਰਚਾ ਕੈਂਸਲ ਹੋਣ ਬਾਰੇ ਕੀ ਗੱਲਾਂ ਹੋ ਰਹੀਆਂ ਨੇ, ਜਾਂ ਫਿਰ ਜਿਹੜੇ ਹੋਰ ਪੇਪਰ ਨੇ ਤੁਹਾਡੇ ਕੋਲ ਉਸ ਦੇ ਉੱਪਰ ਕੀ ਸਾਰੀ ਵਿਚਾਰ ਚਰਚਾ ਹੋਈ ਹੈ? ਕੱਲ ਮੈਨੂੰ ਨਿਊਜ਼ ਤੋਂ ਹੀ ਪਤਾ ਲੱਗਾ ਆ ਵੀ ਸਿਵਲ ਸਰਜਨ ਕਪੂਰਥਲਾ ਜੀ ਨੇ ਇਹ ਪੱਤਰ ਲਿਖਿਆ ਆ ਪੁਲਿਸ ਵਿਭਾਗ ਨੂੰ ਕਿ ਇਹ ਜਿਹੜਾ ਪਰਚਾ ਆ ਉਹ ਰੱਦ ਕਰ ਦਿੱਤਾ ਜਾਵੇ। ਮੀਡੀਆ ਦੇ ਥਰੂ ਹੀ ਪਤਾ ਲੱਗਾ ਆ, ਵੈਸੇ ਕੋਈ ਮੇਰੀ ਨਿੱਜੀ ਜਾਣਕਾਰੀ ਹੋਰ ਨਹੀਂ ਹੈਗੀ। ਤੁਹਾਨੂੰ ਲੱਗਦਾ ਕਿ ਆਮ ਲੋਕਾਂ ਨੂੰ ਫਿਰ ਇਸ ਰਾਹੀਂ ਪਰੇਸ਼ਾਨ ਵੀ ਜਿਹੜਾ ਆ ਉਹ ਕੀਤਾ ਜਾ ਰਿਹਾ? ਬਿਲਕੁਲ ਜੀ, ਮੈਨੂੰ ਲੋਕੀ ਫੋਨ ਕਰਦੇ ਆ ਵੀ ਤੂੰ ਇਹੋ ਜਿਹਾ ਐਪ ਕਿਉਂ ਡਾਊਨਲੋਡ ਕੀਤਾ, ਤੁਹਾਨੂੰ ਇਦਾਂ ਦੀ ਨਹੀਂ ਕਰਨਾ ਚਾਹੀਦਾ ਸੀ ਕੁਝ। ਪਰ ਮੈਂ ਸੋਚਦਾ ਸੀ ਵੀ ਜੋ ਸਰਕਾਰ ਕਰ ਰਹੀ ਆ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਆ। ਇਹ ਜਿਹੜੀ ਲੜਾਈ ਆ ਕਰੋਨਾ ਦੇ ਖਿਲਾਫ ਲੜੀ ਜਾ ਰਹੀ ਆ, ਉਹਦੇ 'ਚ ਸਾਨੂੰ ਸਭ ਕੁਝ ਭੁਲਾ ਕੇ ਜੋ ਸਰਕਾਰ ਸਾਨੂੰ ਦੱਸ ਰਹੀ ਆ ਸਾਨੂੰ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ। ਇਸ ਕਰਕੇ ਮੈਂ ਕੋਵਾ ਜਿਹੜੀ ਆ ਉਹ ਡਾਊਨਲੋਡ ਕੀਤੀ ਸੀ। ਧੰਨਵਾਦ ਗੱਲਬਾਤ ਕਰਨ ਲਈ। ਸੋ 188 ਦਾ ਤੇ 269 ਦਾ ਪਰਚਾ ਦਰਜ ਹੋਇਆ ਜੇ ਕੋਵਾ ਐਪ ਤੁਸੀਂ ਡਿਲੀਟ ਕੀਤੀ ਤਾਂ। ਇਹ ਡਾਕਟਰ ਸੁਰਜੀਤ ਸਿੰਘ ਹੁਣਾਂ ਨੇ ਐਪ ਡਾਊਨਲੋਡ ਕੀਤੀ ਸੀ। ਸੈਲਫ ਕੁਆਰੰਟਾਈਨ ਦਾ ਬਟਨ ਜ਼ਰੂਰ ਇਹ ਕਹਿੰਦੇ ਨੇ ਕਿ ਉੱਥੇ ਦੱਬਿਆ ਸੀ, ਪਰ ਇਹ ਸੈਲਫ ਕੁਆਰੰਟਾਈਨ ਦਾ ਮਤਲਬ ਹੁੰਦਾ ਕਿ ਮੈਂ ਆਪਣੇ ਆਪ ਨੂੰ ਇਕਾਂਤਵਾਸ ਦੇ ਵਿੱਚ ਕਰ ਰਿਹਾ। ਜੇ ਸਿਹਤ ਵਿਭਾਗ ਦੇ ਵੱਲੋਂ ਕੁਆਰੰਟਾਈਨ ਕੀਤਾ ਹੁੰਦਾ ਤਾਂ ਉਸ ਦੀ ਉਲੰਘਣਾ ਹੁੰਦੀ ਤਾਂ ਫਿਰ ਪਰਚੇ ਦੀ ਤੁਕ ਬਣਦੀ ਸੀ, ਪਰ ਅਜਿਹੇ ਦੇ ਵਿੱਚ ਪਰਚੇ ਦੀ ਕੋਈ ਤੁਕ ਨਹੀਂ ਬਣਦੀ। ਫਿਲਹਾਲ ਪੁਲਿਸ ਨੇ ਪਰਚਾ ਦਰਜ ਕਰ ਲਿਆ। ਹੁਣ ਦੇਖਦੇ ਹਾਂ ਕਿ ਇਸ ਨੂੰ ਕੈਂਸਲ ਕੀਤਾ ਜਾਂਦਾ ਜਾਂ ਇਸ ਦੇ ਉੱਪਰ ਅਗਲੇਰੀ ਕਾਰਵਾਈ ਕੀ ਬਣਦੀ ਹੈ।
ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਕਪੂਰਥਲਾ।